ਇਹ ਨਾ ਜੀ ਅਕਸਰ ਮਕਾਨਾਂ 'ਚ ਨਾ ਛੱਤ ਦੇ ਨਾਲ ਨਾ ਜਿਸ ਵੇਲੇ ਦੂਜੇ ਮਤਲਬ ਕਾਦੀ ਉਹ ਵਾਰ ਅਲੱਗਾ ਨਾ ਬਣਾਈ ਜਾਏ ਅਤੇ ਉਹ ਨਾ ਪਾਣੀ ਲੀਕੇਜ ਦਾ ਬੜਾ ਮਸਲਾ ਹੁੰਦਾ ਹੈ। ਇਹ 4-5 ਸਾਲ ਪੁਰਾਣਾ ਸਾਡਾ ਡੇਰਾ ਬਣਿਆ ਹੈ ਅਤੇ ਪਹਿਲਾਂ ਇਹਦੇ ਨਾਲ ਸਾਡਾ ਦਾਰਾ ਸੀ ਅਤੇ ਅੱਗੋਂ ਬਾਅਦ 'ਚ ਮਾਲ ਮਵੇਸ਼ੀਆਂ ਵਾਲਾ ਡੇਰਾ ਬਣਾਇਆ। ਇਹ ਤਰੇੜ ਨਹੀਂ ਸੀ ਜਾਂਦੀ, ਬੜੇ ਸੀਮਟ ਪਾਏ ਨੇ, ਬੜੀ ਲੁੱਕ ਪਾਈ ਹੈ, ਬੜੇ ਤਜਰਬੇ ਕੀਤੇ ਨੇ। ਕਦੇ ਉਹ ਜਿਹੜਾ ਆਪਣਾ ਕਾਲਪੋਲ ਹੈ ਉਹਦੇ 'ਚ ਪੈਟਰੋਲ ਮਿਕਸ ਕਰਕੇ ਪਾਇਆ, ਮਿੱਟੀ ਲਾਈ ਹੈ, ਕੋਈ ਕਿਸੇ ਤਰੀਕੇ ਨਾਲ ਨਾ ਪਾਣੀ ਖਲੋਣੇ ਵਾਲੀ ਨਾ ਕੋਈ ਵਾਹ ਦਵਾਈ ਨਹੀਂ ਆਈ। ਥੱਲੇ ਭੋ ਪਾਇਆ ਹੁੰਦਾ, ਇੱਕ ਸਟੋਰ ਹੈ ਉਹਦੇ 'ਚ ਬੀਂ ਪਿਆ ਹੁੰਦਾ ਅਤੇ ਕੋਈ ਸਮਾਨ ਪੀਟਰਾਂ ਸ਼ੀਟਰਾਂ ਵਾਲਾ, ਟਰੈਕਟਰ ਵਾਲਾ, ਮੋਟਰਾਂ ਵਾਲਾ, ਉਹ ਵੀ ਨਾ ਹਮੇਸ਼ਾ ਖਰਾਬ ਹੋ ਜਾਂਦਾ। ਇਹ ਨਾ ਇੱਕ ਭਾਈ ਨੇ ਰੰਗ ਸਾਧ ਅਬਦੁਲ ਖਾਲਕ ਸਾਹਿਬ, ਇਹਨਾਂ ਇੱਕ ਤਰੀਕਾਕਾਰ ਦੱਸਿਆ। ਕਰਾਲਕ ਲੈ ਕੇ ਨਾ ਜੀ 1 ਕਿਲੋ ਕਰਾਲਕ ਲਈ ਹੈ ਅਤੇ 10 ਕਿਲੋ ਨਾ ਜੀ ਵਾਲਕੋਟ ਹੈ। ਉਹ ਕਰਾਲਕ ਪਾਣੀ 'ਚ ਮਿਕਸ ਕਰਕੇ ਅਤੇ ਇਹਨਾਂ ਪਹਿਲਾਂ ਤਰੇੜੀ 'ਚ ਪਾਈ ਹੈ ਅਤੇ ਅੱਗੋਂ ਇਹ ਕਹਿੰਦੇ ਨੇ ਉੱਤੇ ਨਾ ਵਾਲਕੋਟ ਪਾਉਣ ਦੇ, ਉਹ ਵੀ ਪਾਣੀ 'ਚ ਮਿਕਸ ਉਹਦੇ 'ਚ ਮਿਕਸ ਕਰਕੇ ਨਾ ਪਹਿਲਾਂ ਉਹਨਾਂ ਪਤਲਾ ਜਿਹਾ ਕਰਕੇ ਹੁਣ ਪਤਲਾ ਕਰਦੇ ਨੇ ਪਏ, ਇਹ ਉਹਨਾਂ ਥੋੜ੍ਹਾ ਇਹ ਲੋਟੇ ਨਾਲ ਪੇ ਪਾਉਂਦੇ ਨੇ ਅਤੇ ਅਗਲੇ ਫੇਜ਼ ਵਿੱਚ ਇਹ ਉਹਨੂੰ ਗਾੜਾ ਕਰਨ ਦੇ ਅਤੇ ਇਹ ਨਾ ਆਖਿਆ ਭਾਈ ਇਹ ਗਰੰਟੀ ਵਾਲਾ ਕੰਮ ਹੈ, ਇਨਸ਼ਾ ਅੱਲਾ ਨਾ ਫਿਰ ਕੰਧ ਵਿੱਚੋਂ ਪਾਣੀ ਨਹੀਂ ਸਿੰਮਣ ਲੱਗਾ। ਵੇਖੋ ਜਿੱਥੇ ਇਤਨੇ ਤਜਰਬੇ ਕੀਤੇ ਨੇ, ਇੱਕ ਹੈ ਹੋਰ ਹੀ ਸਹੀ, ਕੋਈ ਸਮਝ ਨਹੀਂ ਆਉਂਦੀ ਬਈ ਪਾਣੀ ਕਿਸ ਤਰ੍ਹਾਂ ਅੱਲਾ ਕਰੇ। ਹੁਣ ਇਹ ਤਜਰਬਾ ਸਾਡਾ ਕੰਮ ਅੱਗੇ ਵੀ ਕਹਿੰਦੇ ਨੇ 5-7 ਜਗ੍ਹਾ 'ਤੇ ਕੀਤਾ, ਉੱਥੇ ਤਾਂ ਬੜਾ ਕਾਮਯਾਬ ਹੋਇਆ। ਬਾਕੀ ਇਹ ਹੁਣ ਸਾਡੇ ਕਾਮਯਾਬ ਹੋਇਆ ਅਤੇ ਪਤਾ ਲੱਗੇਗਾ ਬਾਕੀ ਬਣਦਾ, ਕਿਉਂਕਿ ਅਸੀਂ ਵੀ ਇਸ ਪਾਣੀ ਤੋਂ ਨਾ ਬੜਾ ਤੰਗ ਆਏ ਹਾਂ। ਭੋ ਵੀ 2-3 ਲੱਦੇ ਹਰ ਹਮੇਸ਼ਾ ਖਰਾਬ ਹੋ ਜਾਂਦਾ ਅਤੇ ਆਵਾਜ਼ਾਰੀ ਵੀ ਬੜੀ ਬਣਦੀ। ਦੂਜਾ ਜਿਹੜਾ ਥੱਲੇ ਸਮਾਨ ਪਿਆ ਹੁੰਦਾ ਕਮਰੇ 'ਚ, ਉਹ ਵੀ ਨਾਲ ਧੱਕੇ ਨਾਲ ਖਰਾਬ ਹੋ ਜਾਂਦਾ। ਇਹ ਹੁਣ ਨਾ ਇਹ ਥੋੜ੍ਹਾ ਜਿਹਾ ਨਾ ਇੰਨਾ ਗਾੜਾ ਕਰਕੇ ਨਾ ਪਹਿਲਾਂ ਲੋਟੇ ਨਾਲ ਪਾਉਂਦੇ ਰਹੇ, ਹੁਣ ਇਹ ਵਾਲਕੋਟ ਨਾਲ ਥੋੜ੍ਹਾ ਗਾੜਾ ਕਰਕੇ ਨਾ ਅਤੇ ਇਹਦੇ ਵਿੱਚ ਪਸਾਈ ਆਉਂਦੇ ਨੇ। ਪਿੱਛੇ ਇੱਕ ਜਵਾਨ ਹੈ ਜਿਹੜਾ ਉਹ ਬੁਰਸ਼ ਨਾਲ ਨਾ ਇਹਨੂੰ ਥੋੜ੍ਹਾ ਖਿਲਾਰੀ ਆਉਂਦਾ। ਅੱਲਾ ਕਰੇ ਤਜਰਬਾ ਕਾਮਯਾਬ ਹੋ ਜੇ। ਇਹ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਤਲਬ ਹੈ ਬਈ ਇਹ ਬੜਾ ਸਸਤਾ ਤਰੀਕਾ ਹੈ ਲੀਕੇਜ ਨੂੰ ਰੋਕਣ ਵਾਸਤੇ। ਅੱਲਾ ਕਰੇ ਹੁਣ ਲੀਕੇਜ ਰੁਕ ਜੇ ਨਾ ਅਤੇ ਇਹ ਬੜਾ ਥੋੜ੍ਹੇ ਜਿਹੇ ਖਰਚੇ ਵਾਲਾ ਕੰਮ ਹੈ ਅਤੇ ਬਜਾਏ ਦੇ ਜਿਹੜਾ ਮਿਸਤਰੀ ਨਾਲ ਲਾਮ ਸਲਾਮ ਬਣਾ ਛੱਡਦੇ ਨੇ ਅਤੇ ਕੰਮ ਵਧਾਉਣ ਲੱਗ ਪੈਂਦੇ ਨੇ, ਉਹਦੇ ਤੋਂ ਇਹ ਤਰੀਕਾ 1000 ਵਾਰੀ ਬਿਹਤਰ ਹੈ। ਬੜੇ ਥੋੜ੍ਹੇ ਜਿਹੇ ਖਰਚੇ 'ਚ ਨਾ ਇਹ ਤਜਰਬਾ ਜੇ ਕਾਮਯਾਬ ਹੋ ਜੇ, ਪਾਣੀ ਦੀ ਲੀਕੇਜ ਰੁਕ ਜੇ ਅਤੇ ਇਹਦੇ ਤੋਂ ਸਸਤਾ ਮੇਰੇ ਖਿਆਲ ਵਿੱਚ ਲੀਕੇਜ ਨੂੰ ਰੋਕਣ ਦਾ ਮਜ਼ਬੂਤ ਤਰੀਨ ਹੋਰ ਕੋਈ ਤਰੀਕਾ ਨਹੀਂ ਹੈ। ਖਾਲਕ ਸਾਹਿਬ ਤਸੱਲੀ ਤਾਂ ਬੜੀ ਦੇ ਰਹੇ ਨੇ, ਹੁਣ ਵੇਖੋ ਕੀ ਬਣਦਾ। ਅੱਲਾ ਫਜ਼ਲ ਕਰੇ ਤਾਂ ਇਨਸ਼ਾ ਅੱਲਾ ਉਮੀਦ ਤਾਂ ਬੜੀ ਹੈ ਬਸ ਤਜਰਬਾ ਨਾ ਕਾਮਯਾਬ ਰਵੇ ਦਾ ਅਤੇ ਬਰਕੈਫ ਹੁਣ ਇਹ ਤਾਂ 1-2 ਫਿਰ ਹੁਣ ਹਾੜ ਅੱਧਾ ਹੋ ਗਿਆ ਅਤੇ ਬਾਰਿਸ਼ਾਂ ਵੀ ਆਪਣੇ ਦੌਰਾਂ 'ਚ ਨੇ। ਹੁਣ ਅਗਲੀ ਬਾਰਿਸ਼ ਦੀ ਵਾਰੀ ਪਤਾ ਲੱਗ ਜਾਣਾ ਬਈ ਕੀ ਕਰਦਾ ਅਤੇ ਕੀ ਬਣਾਉਂਦਾ। ਕੋਈ ਏਡਾ ਲੰਮਾ ਚੌੜਾ ਇੱਕ ਕੰਮ ਕੋ ਨਹੀਂ ਹੈ, ਬੜਾ ਲੰਮਾ ਟੁਰਨ ਵਾਲਾ ਅਤੇ ਉਹ ਪਹਿਲੀ ਬਾਰਿਸ਼ 'ਚ ਹੀ ਪਤਾ ਲੱਗ ਜਾਏਗਾ। ਜੇ ਛੱਤ ਨਾ ਸਿਮਿਆ, ਪਾਣੀ ਅੰਦਰ ਨਾ ਗਿਆ ਅਤੇ ਫਿਰ ਤਾਂ ਇਹ ਬੜਾ ਮਹਿਫੂਜ਼ ਅਤੇ ਬੜਾ ਮਜ਼ਬੂਤ ਤਰੀਨ ਤਰੀਕਾ ਅਤੇ ਬੜਾ ਸਸਤਾ ਜਿਹਾ ਅਤੇ ਇਹ ਤੁਸੀਂ ਵੀ ਦੱਸੋ ਹਾਂ ਜੀ। ਜੇ ਤਾਂ ਤਜਰਬਾ ਅੱਲਾ ਕਰੇ ਹੋ ਜੇ ਕਾਮਯਾਬ। ਇਹ ਉਹਨਾਂ ਜੀ ਨੂੰ ਉਹਨਾਂ ਨੇ ਤਿਆਰ ਕਰ ਛੱਡਿਆ ਅਤੇ ਇਹ ਵੇਖ ਸਕਦੇ ਹੋ ਬਜ਼ਾਹਿਰ ਅਤੇ ਕੋਈ ਇੱਕ ਵਾਲ ਜਿਤਨੀ ਵੀ ਕੋਈ ਕਿਤੇ ਵਿੱਥ ਨਹੀਂ ਰਹਿ ਗਈ ਹੈ। ਅੱਲਾ ਕਰੇ ਉਹਨੇ ਕਾਮਯਾਬ ਹੋ।